ਪਹਿਲੇ ਅਤੇ ਦੂਜੇ ਇਤਿਹਾਸ ਦੀ ਕਿਤਾਬ। ਭਾਵੇਂ ਸਾਡੀ ਬਾਈਬਲ ਵਿੱਚ ਦੋ ਅਲੱਗ-ਅਲੱਗ ਕਿਤਾਬਾਂ ਹਨ, ਪਰ ਇਹ ਵੰਡ ਮੂਲ ਕਿਤਾਬਾਂ ਵਿੱਚ ਨਹੀਂ ਸੀ। ਕਿਤਾਬ ਦੀ ਲੰਬਾਈ ਦੇ ਕਾਰਨ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ, ਪਰ ਇਹ ਇੱਕ ਸਪਸ਼ਟ ਕਹਾਣੀ ਦੇ ਨਾਲ ਇੱਕ ਕਿਤਾਬ ਦੇ ਰੂਪ ਵਿੱਚ ਲਿਖੀ ਗਈ ਸੀ। ਹੁਣ ਸਾਡੀ ਪੰਜਾਬੀ ਦੀ ਬਾਈਬਲ ਵਿੱਚ ਸ਼ਮੂਏਲ ਅਤੇ ਰਾਜਿਆਂ ਦੀਆਂ ਕਿਤਾਬਾਂ ਤੋਂ ਬਾਅਦ ਇਤਿਹਾਸ ਦੀ ਕਿਤਾਬ ਆਉਂਦੀ ਹੈ ਅਤੇ ਇਤਿਹਾਸ ਦੀ ਕਿਤਾਬ ਦਾ ਜ਼ਿਆਦਾਤਰ ਭਾਗ ਅਸਲ ਵਿੱਚ ਉਹਨਾਂ ਕਿਤਾਬਾਂ ਦੇ ਵਿਸ਼ਿਆਂ ਨੂੰ ਦੁਹਰਾਉਂਦਾ ਹੈ ਅਤੇ ਇਸ ਲਈ ਜ਼ਿਆਦਾਤਰ ਪਾਠਕ ਜਦੋਂ ਇਤਿਹਾਸ ਵਿੱਚ ਆਉਂਦੇ ਹਨ ਤਾਂ ਉਹ ਸੋਚਦੇ ਹਨ, ਇੱਕ ਮਿੰਟ ਰੁਕੋ, ਮੈਂ ਤਾਂ ਇਹ ਸਭ ਪੜ੍ਹ ਚੁੱਕਾ ਹਾਂ, ਅਤੇ ਫਿਰ ਉਹ ਇਸ ਨੂੰ ਛੱਡ ਦਿੰਦੇ ਹਨ। ਅਤੇ ਇਹ ਸ਼ਰਮ ਦੀ ਗੱਲ ਹੈ, ਕਿਉਂਕਿ ਹਕੀਕਤ ਵਿੱਚ ਇਹ ਕਿਤਾਬ ਬਾਈਬਲ ਵਿੱਚ ਵਿਲੱਖਣ ਅਤੇ ਮਹੱਤਵਪੂਰਨ ਹੈ। ਬਾਈਬਲ ਦੀ ਪਰੰਪਰਾਗਤ ਯਹੂਦੀ ਤਰਤੀਬ ਵਿੱਚ ਇਤਿਹਾਸ ਅਸਲ ਵਿੱਚ ਆਖਰੀ ਕਿਤਾਬ ਹੈ, ਕਿਉਂਕਿ ਇਹ ਸਾਰੇ ਯਹੂਦੀ ਗ੍ਰੰਥਾਂ ਨੂੰ ਸਾਰ ਪ੍ਰਦਾਨ ਕਰਦੀ ਹੈ। ਕਿਤਾਬ ਵਿੱਚ ਪਹਿਲਾ ਸ਼ਬਦ ਆਦਮ ਹੈ, ਜੋ ਕਹਾਣੀ ਦੀ ਸ਼ੁਰੂਆਤ ਦਾ ਪਹਿਲਾ ਪਾਤਰ ਹੈ, ਅਤੇ ਆਖਰੀ ਹਵਾਲਾ ਗੁਲਾਮੀ ਤੋਂ ਇਸਰਾਇਲ ਦੀ ਵਾਪਸੀ ਦੀ ਘੋਸ਼ਣਾ ਕਰਦਾ ਹੈ। ਹੁਣ ਅਸੀਂ ਇਹ ਨਹੀਂ ਜਾਣਦੇ ਕਿ ਇਹ ਕਿਤਾਬ ਕਿਸ ਨੇ ਲਿਖੀ ਹੈ, ਪਰ ਅਸੀਂ ਇਸ ਵੇਰਵੇ ਨੂੰ ਦੱਸ ਸਕਦੇ ਹਾਂ ਕਿ ਇਹ ਕਿਸੇ ਅਜਿਹੇ ਵਿਅਕਤੀ ਦੁਆਰਾ ਲਿਖੀ ਗਈ ਹੈ ਜੋ ਇਸਰਾਇਲ ਦੇ ਬਾਬਲ ਦੀ ਗੁਲਾਮੀ ਤੋਂ ਵਾਪਸ ਆਉਣ ਦੇ 200 ਸਾਲ ਬਾਅਦ ਜਿਉਂਦਾ ਰਿਹਾ ਹੋਵੇਗਾ। ਹੁਣ ਇਸ ਲੇਖਕ ਦੇ ਲਈ ਯਰੂਸ਼ਲਮ ਅਤੇ ਹੈਕਲ ਕੁਝ ਸਮੇਂ ਪਹਿਲਾਂ ਹੀ ਮੁੜ ਨਿਰਮਾਣ ਕੀਤੇ ਗਏ ਸਨ, ਅਤੇ ਜਿਵੇਂ ਕਿ ਅਸੀਂ ਅਜ਼ਰਾ ਨਹਮੀਆਂ ਤੋਂ ਜਾਣਿਆ, ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਇੱਕ ਮਹਾਨ ਭਵਿੱਖਬਾਣੀ ਦੀ ਆਸ ਸੀ ਕਿ ਸ਼ਹਿਰ ਅਤੇ ਹੈਕਲ ਦਾ ਮੁੜ ਨਿਰਮਾਣ ਕੀਤਾ ਜਾਵੇਗਾ ਅਤੇ ਪਰਮੇਸ਼ਵਰ ਆਪਣੇ ਲੋਕਾਂ ਦੇ ਵਿਚਕਾਰ ਵਾਸ ਕਰੇਗਾ। ਮਸੀਹੀ ਰਾਜਾ ਆਵੇਗਾ ਅਤੇ ਉਸ ਦੇ ਸ਼ਾਂਤੀ ਭਰੇ ਸ਼ਾਸਨ ਦੇ ਤਹਿਤ ਸਭ ਕੌਮਾਂ ਆਣ ਕੇ ਰਹਿਣਗੀਆਂ, ਪਰ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੋਇਆ। ਅਤੇ ਇਸ ਲਈ ਇਤਿਹਾਸ ਦੇ ਲੇਖਕ ਨੇ ਭਵਿੱਖ ਦੀ ਆਸ ਦਾ ਸੰਦੇਸ਼ ਪ੍ਰਦਾਨ ਕਰਨ ਦੇ ਲਈ ਦਾਊਦ, ਸੁਲੇਮਾਨ ਅਤੇ ਪਹਿਲੇ ਰਾਜਿਆਂ ਦੀਆਂ ਇਹਨਾਂ ਕਹਾਣੀਆਂ ਨੂੰ ਨਵਾਂ ਰੂਪ ਦਿੱਤਾ ਹੈ। ਅਤੇ ਅਸੀਂ ਵੇਖਾਂਗੇ ਕਿ ਉਸ ਨੇ ਇਸ ਕਿਤਾਬ ਦੀ ਰਚਨਾ ਸਪਸ਼ਟ ਵਿਸ਼ਿਆਂ ਤੇ ਜ਼ੋਰ ਦੇਣ ਲਈ ਕੀਤੀ ਹੈ। ਪਹਿਲੀ ਆਉਣ ਵਾਲੇ ਮਸੀਹ ਰਾਜੇ ਦੀ ਆਸ ਅਤੇ ਦੂਸਰੀ ਇੱਕ ਨਵੀਂ ਹੈਕਲ ਦੀ ਆਸ। ਆਓ ਗਹਿਰਾਈ ਵਿੱਚ ਚੱਲੀਏ ਅਤੇ ਤੁਸੀਂ ਇਹਨਾਂ ਵਿਸ਼ਿਆਂ ਨੂੰ ਪੂਰੀ ਕਿਤਾਬ ਵਿੱਚ ਵੇਖੋਗੇ। ਪਹਿਲਾ ਇਤਿਹਾਸ ਦੀ ਵੰਸ਼ਾਵਲੀ ਦੇ 9 ਅਧਿਆਵਾਂ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਨਾਮਾਂ ਦੀ ਲੰਬੀ ਸੂਚੀ ਹੈ, ਅਤੇ ਤੁਸੀਂ ਇਹਨਾਂ ਨੂੰ ਪੜ੍ਹੋਗੇ ਤੇ ਸੋਚੋਗੇ ਕਿ ਇਹ ਅਕਾਊ ਹਨ, ਅਤੇ ਹੋ ਸਕਦਾ ਹੈ ਕਿ ਇਹ ਤੁਹਾਡੇ ਲਈ ਸੱਚ ਹੋਵੇ, ਪਰ ਅਸਲ ਵਿੱਚ ਇਹ ਬਹੁਤ ਮਹੱਤਵਪੂਰਨ ਹੈ। ਲੇਖਕ ਪੁਰਾਣੇ ਨੇਮ ਦੀ ਪੂਰੀ ਕਹਾਣੀ ਦੇ ਮੁੱਖ ਪਾਤਰਾਂ ਦੇ ਨਾਮ ਲੈਣ ਦੁਆਰਾ ਪੂਰੀ ਕਹਾਣੀ ਦਾ ਸਾਰ ਦੇ ਰਿਹਾ ਹੈ, ਅਤੇ ਜਦੋਂ ਉਹ ਅਜਿਹਾ ਕਰਦਾ ਹੈ ਤਾਂ ਉਹ ਦੋ ਮੁੱਖ ਲੋਕਾਂ ਦੇ ਵੰਸ਼ਾਂ ਉੱਤੇ ਜ਼ੋਰ ਦੇਣ ਲਈ ਵੰਸ਼ਾਵਲੀ ਨੂੰ ਆਕਾਰ ਦਿੰਦਾ ਹੈ। ਸਭ ਤੋਂ ਪਹਿਲਾਂ ਵਾਅਦਾ ਕੀਤੇ ਮਸੀਹੀ ਰਾਜੇ ਦੀ ਵੰਸ਼ਾਵਲੀ ਹੈ। ਇੱਥੇ ਯਹੂਦਾ ਦੇ ਵੰਸ਼ ਦਾ ਪਤਾ ਲਗਾਉਣ ਲਈ ਬਹੁਤ ਸਥਾਨ ਦਿੱਤਾ ਗਿਆ ਹੈ, ਜੋ ਰਾਜਾ ਦਾਊਦ ਤੱਕ ਜਾਂਦਾ ਹੈ, ਜਿਸ ਨੂੰ ਮਸੀਹੀ ਸੰਬੰਧੀ ਵਾਅਦਾ ਦਿੱਤਾ ਗਿਆ ਸੀ। ਅਤੇ ਫਿਰ ਲੇਖਕ ਦਾਊਦ ਤੋਂ ਲੈ ਕੇ ਆਪਣੇ ਸਮੇਂ ਤੱਕ ਉਸ ਦੀ ਪੀੜ੍ਹੀ ਦੇ ਲੋਕਾਂ ਨੂੰ ਖੋਜਦਾ ਹੈ। ਦੂਸਰੀ ਪਰਿਵਾਰਿਕ ਵੰਸ਼ਾਵਲੀ ਜਿਸ ਉਤੇ ਬਹੁਤ ਧਿਆਨ ਦਿੱਤਾ ਗਿਆ ਹੈ, ਉਹ ਲੇਵੀਆਂ ਦੀ ਹੈ, ਮਤਲਬ ਹਰੂਨ ਦਾ ਵੰਸ਼, ਜੋ ਹੈਕਲ ਵਿੱਚ ਸੇਵਾ ਕਰਦੇ ਸਨ। ਅਤੇ ਇਸ ਲਈ ਤੁਸੀਂ ਸ਼ੁਰੂਆਤ ਤੋਂ ਹੀ ਤੁਸੀਂ ਇਹਨਾਂ ਦੋ ਮੁੱਖ ਵਿਸ਼ਿਆਂ ਨੂੰ ਵੇਖ ਸਕਦੇ ਹੋ। ਲੇਖਕ ਆਸ ਕਰਦਾ ਹੈ ਕਿ ਮਸੀਹਾ ਆ ਕੇ ਨਵੀਂ ਹੈਕਲ ਦਾ ਨਿਰਮਾਣ ਕਰੇਗਾ ਅਤੇ ਉਸ ਦੀ ਜੜ ਇਸ ਪ੍ਰਾਚੀਨ ਵੰਸ਼ਾਵਲੀ ਵਿੱਚ ਹੋਵੇਗੀ। ਅਤੇ ਹੁਣ ਉਸ ਦੇ ਬਾਅਦ ਲੇਖਕ ਦਾਊਦ ਦੀਆਂ ਕਹਾਣੀਆਂ ਤੇ ਆਉਂਦਾ ਹੈ, ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਕਹਾਣੀਆਂ ਤੁਹਾਡੀਆਂ ਜਾਣੂ ਹੋਣਗੀਆਂ ਜੋ ਸਮੂਏਲ ਦੀ ਕਿਤਾਬ ਤੋਂ ਹਨ, ਪਰ ਇਹਨਾਂ ਵਿੱਚ ਕੁਝ ਬਹੁਤ ਮਹੱਤਵਪੂਰਨ ਅੰਤਰ ਹਨ। ਸਭ ਤੋਂ ਪਹਿਲਾਂ ਲੇਖਕ ਦਾਊਦ ਦੇ ਬਾਰੇ ਸਭ ਨਕਾਰਾਤਮਕ ਕਹਾਣੀਆਂ ਨੂੰ ਛੱਡ ਦਿੰਦਾ ਹੈ, ਜਿੱਥੇ ਉਸ ਨੂੰ ਕਮਜ਼ੋਰ ਜਾਂ ਅਨੈਤਿਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਤਰ੍ਹਾਂ ਸ਼ਾਉਲ ਦੁਆਰਾ ਉਜਾੜ ਵਿੱਚ ਦਾਊਦ ਦਾ ਪਿੱਛਾ ਕਰਨ ਅਤੇ ਉਸ ਨੂੰ ਸਤਾਉਣ ਦੀ ਕਹਾਣੀ, ਬਤਸ਼ਬਾ ਦੇ ਨਾਲ ਦਾਊਦ ਦੇ ਵਿਚਾਰ ਅਤੇ ਉਸ ਦੇ ਬਾਅਦ ਪਤੀ ਦੀ ਹੱਤਿਆ ਦੀ ਕਹਾਣੀ। ਇਹ ਸਭ ਇਸ ਵਿੱਚ ਨਹੀਂ ਹੈ, ਪਰ ਇਸ ਵਿੱਚ ਜੋ ਕਹਾਣੀਆਂ ਰਹਿ ਜਾਂਦੀਆਂ ਹਨ ਉਹ ਦਾਊਦ ਨੂੰ ਇੱਕ ਚੰਗੇ ਵਿਅਕਤੀ ਦੇ ਰੂਪ ਵਿੱਚ ਪੇਸ਼ ਕਰਦੀਆਂ ਹਨ। ਅਤੇ ਕੇਵਲ ਇਹੀ ਨਹੀਂ, ਇੱਥੇ ਕੁਝ ਨਵੀਂ ਹੋਰ ਸਮੱਗਰੀ ਵੀ ਹੈ ਜਿਸ ਨੂੰ ਤੁਸੀਂ ਸ਼ਮੂਏਲ ਦੀ ਕਿਤਾਬ ਵਿੱਚ ਨਹੀਂ ਪਾਓਗੇ, ਜੋ ਦਾਊਦ ਨੂੰ ਬਹੁਤ ਸਕਾਰਾਤਮਕ ਰੂਪ ਵਿੱਚ ਪੇਸ਼ ਕਰਦੀ ਹੈ। ਇਸ ਵਿੱਚ ਅਧਿਆਵਾਂ ਦਾ ਇੱਕ ਭਾਗ ਹੈ ਜਿੱਥੇ ਦਾਊਦ ਹੈਕਲ ਦੇ ਲਈ ਤਿਆਰੀਆਂ ਕਰਦਾ ਹੈ। ਉਹ ਸਾਧਨਾ ਅਤੇ ਨਿਰਮਾਣ ਕਰਨ ਵਾਲਿਆਂ ਅਤੇ ਲੇਵੀਆਂ ਅਤੇ ਗਾਉਣ ਵਾਲਿਆਂ ਦਾ ਪ੍ਰਬੰਧ ਕਰਦਾ ਹੈ। ਅਤੇ ਕੇਵਲ ਇਹੀ ਨਹੀਂ, ਲੇਖਕ ਦਾਊਦ ਨੂੰ ਮੂਸਾ ਦੇ ਸਮਾਨ ਵਿਅਕਤੀ ਦੇ ਵਾਂਗ ਚਿਤਰਨ ਕਰਦਾ ਹੈ। ਪਰਮੇਸ਼ਵਰ ਨੇ ਹੈਕਲ ਬਣਾਉਣ ਦੇ ਲਈ ਦਾਊਦ ਨੂੰ ਯੋਜਨਾ ਦਿੱਤੀ, ਜਿਸ ਤਰ੍ਹਾਂ ਉਸ ਨੇ ਮੂਸਾ ਨੂੰ ਨਿਵਾਸ ਸਥਾਨ ਬਣਾਉਣ ਲਈ ਦਿੱਤੀ ਸੀ। ਇਸ ਲਈ ਦਾਊਦ ਦੇ ਬਾਰੇ ਇਹ ਨਵੀਂ ਸਮੱਗਰੀ ਕਿਉਂ? ਲੇਖਕ ਦਾਊਦ ਦੀਆਂ ਕਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਉਹ ਜਾਣਦਾ ਹੈ ਕਿ ਕੋਈ ਵੀ ਸ਼ਮੂਏਲ ਦੀ ਕਿਤਾਬ ਵਿੱਚੋਂ ਉਸ ਦੇ ਬਾਰੇ ਪੜ੍ਹ ਸਕਦਾ ਹੈ, ਸਗੋਂ ਉਹ ਦਾਊਦ ਨੂੰ ਇੱਕ ਆਦਰਸ਼ ਰਾਜੇ ਦੇ ਰੂਪ ਵਿੱਚ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੋ ਉਸ ਨੂੰ ਦਾਊਦ ਦੇ ਵੰਸ਼ ਵਿੱਚ ਆਉਣ ਵਾਲੇ ਭਵਿੱਖ ਦੇ ਮਸੀਹਾ ਦੇ ਵਾਂਗ ਜਾਂ ਤਸਵੀਰ ਦੇ ਰੂਪ ਵਿੱਚ ਪ੍ਰਗਟ ਕਰੇ। ਇਹ ਬਿਲਕੁਲ ਉਸੇ ਪ੍ਰਕਾਰ ਹੈ ਜਿਵੇਂ ਯਰਮੀਆ ਜਾਂ ਹਿਜ਼ਕੀਏਲ ਆਉਣ ਵਾਲੇ ਮਸੀਹ ਨੂੰ ਦਾਊਦ ਦੇ ਰੂਪ ਵਿੱਚ ਦੱਸਦੇ ਹਨ। ਇਹ ਸਭ ਤੋਂ ਸਪਸ਼ਟ ਹੈ ਕਿ ਕਿਵੇਂ ਲੇਖਕ ਪਹਿਲੇ ਇਤਿਹਾਸ 17 ਵਿੱਚ ਦਾਊਦ ਨਾਲ ਕੀਤੇ ਪਰਮੇਸ਼ਵਰ ਦੇ ਨੇਮ ਦੇ ਵਾਅਦੇ ਦੀ ਕਹਾਣੀ ਨੂੰ ਦੁਬਾਰਾ ਬਿਆਨ ਕਰਦਾ ਹੈ।
ਜਦੋਂ ਤੁਸੀਂ ਇਸ ਕਹਾਣੀ ਨੂੰ ਦੂਸਰਾ ਸ਼ਮੂਏਲ 7 ਦੇ ਨਾਲ ਇੱਕ ਸਮਾਨ ਤੁਲਨਾ ਕਰਦੇ ਹੋ ਤਾਂ ਤੁਸੀਂ ਵੇਖੋਗੇ ਕਿ ਇਤਿਹਾਸ ਦਾ ਲੇਖਕ ਇਸ ਗੱਲ ਉੱਤੇ ਚਾਨਣਾ ਪਾ ਰਿਹਾ ਹੈ ਕਿ ਮਸੀਹ ਰਾਜਾ ਨਾ ਤਾਂ ਦਾਊਦ, ਨਾ ਸੁਲੇਮਾਨ ਅਤੇ ਨਾ ਹੀ ਉਹਨਾਂ ਦੇ ਵੰਸ਼ ਵਿੱਚੋਂ ਕੋਈ ਸੀ। ਅਤੇ ਜਦੋਂ ਮਸੀਹਾ ਆਵੇਗਾ ਤਾਂ ਉਹ ਦਾਊਦ ਦੀ ਤਰ੍ਹਾਂ ਰਾਜਾ ਹੋਵੇਗਾ। ਅਤੇ ਇਸ ਪ੍ਰਕਾਰ ਇਸ ਲੇਖਕ ਲਈ ਇਹ ਦਾਊਦ ਬਾਰੇ ਅਤੀਤ ਦੀਆਂ ਕਹਾਣੀਆਂ ਹਨ ਜੋ ਭਵਿੱਖ ਦੇ ਲਈ ਉਸ ਦੀ ਆਸ ਨੂੰ ਕਾਇਮ ਰੱਖਦੀਆਂ ਹਨ। ਦਾਊਦ ਦੀ ਮੌਤ ਤੋਂ ਬਾਅਦ ਅਸੀਂ ਦੂਸਰੇ ਇਤਿਹਾਸ ਵਿੱਚ ਜਾਂਦੇ ਹਾਂ ਜੋ ਯਰੂਸ਼ਲਮ ਵਿੱਚ ਰਹਿਣ ਵਾਲੇ ਰਾਜਿਆਂ ਉੱਤੇ ਕੇਂਦਰਿਤ ਹੈ। ਅਤੇ ਫਿਰ ਪਹਿਲੇ ਅਤੇ ਦੂਸਰੇ ਰਾਜਿਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੁਹਰਾਈਆਂ ਗਈਆਂ ਹਨ, ਪਰ ਇਹਨਾਂ ਵਿੱਚ ਕਈ ਮਹੱਤਵਪੂਰਨ ਅੰਤਰ ਵੀ ਹਨ। ਲੇਖਕ ਨੇ ਉੱਤਰੀ ਇਸਰਾਏਲ ਦੇ ਰਾਜਿਆਂ ਦੀਆਂ ਕਹਾਣੀਆਂ ਨੂੰ ਛੱਡ ਦਿੱਤਾ ਹੈ ਤਾਂ ਜੋ ਉਹ ਸਿਰਫ ਦਾਊਦ ਦੇ ਵੰਸ਼ ਉੱਤੇ ਕੇਂਦਰਿਤ ਰਹਿ ਸਕੇ। ਅਤੇ ਇਸ ਲਈ ਇੱਥੇ ਦਾਊਦ ਦੇ ਵੰਸ਼ ਤੋਂ ਇਹਨਾਂ ਰਾਜਿਆਂ ਦੇ ਬਾਰੇ ਸਾਰੀ ਨਵੀਂ ਸਮੱਗਰੀ ਹੈ। ਉਹ ਉਹਨਾਂ ਰਾਜਿਆਂ ਉੱਤੇ ਚਾਨਣਾ ਪਾਉਂਦਾ ਹੈ ਜੋ ਪਰਮੇਸ਼ਵਰ ਦੇ ਆਦੇਸ਼ ਦਾ ਪਾਲਣ ਕਰਦੇ ਸਨ। ਫਿਰ ਉਹ ਨਵੀਆਂ ਕਹਾਣੀਆਂ ਦੱਸ ਕੇ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਆਗਿਆਕਾਰੀ ਦੁਆਰਾ ਸਫਲਤਾ ਅਤੇ ਪਰਮੇਸ਼ਵਰ ਦੀ ਬਰਕਤ ਆਈ। ਪਰ ਉਹ ਉਹਨਾਂ ਰਾਜਿਆਂ ਦੀਆਂ ਨਵੀਆਂ ਕਹਾਣੀਆਂ ਵੀ ਦੱਸਦਾ ਹੈ ਜੋ ਪਰਮੇਸ਼ਵਰ ਦੇ ਪ੍ਰਤੀ ਅਣਆਗਿਆਕਾਰੀ ਸਨ। ਉਹਨਾਂ ਨੇ ਤੁਰੀਤ ਦਾ ਪਾਲਣ ਨਹੀਂ ਕੀਤਾ। ਉਹ ਇਸਰਾਏਲ ਨੂੰ ਮੂਰਤੀ ਪੂਜਾ ਦੀ ਵੱਲ ਲੈ ਗਏ ਅਤੇ ਇਹਨਾਂ ਰਾਜਿਆਂ ਨੂੰ ਭਿਆਨਕ ਸਿੱਟਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਰੇ ਇਸਰਾਏਲ ਦੀ ਗੁਲਾਮੀ ਵੱਲ ਲੈ ਜਾਂਦੇ ਹਨ, ਜੋ ਕਿ ਉਹਨਾਂ ਦੀ ਆਪਣੀ ਬਣਾਈ ਹੋਈ ਗੜਬੜ ਹੈ। ਅਤੇ ਇਸ ਲਈ ਇਹ ਪੂਰਾ ਭਾਗ ਚਰਿੱਤਰ ਅਧਿਐਨ ਦੀ ਲੜੀ ਬਣ ਜਾਂਦਾ ਹੈ ਜਿੱਥੇ ਲੇਖਕ ਚਾਹੁੰਦਾ ਹੈ ਕਿ ਇਸਰਾਏਲ ਦੀ ਅਗਲੀ ਪੀੜ੍ਹੀ ਆਪਣੇ ਪਰਿਵਾਰ ਦੇ ਇਤਿਹਾਸ ਤੋਂ ਸਿੱਖੇ ਅਤੇ ਉਹ ਆਪਣੇ ਪਰਮੇਸ਼ਵਰ ਅਤੇ ਤੁਰੇਤ ਦੇ ਪ੍ਰਤੀ ਵਿਸ਼ਵਾਸਯੋਗ ਬਣੇ ਰਹਿਣ। ਹੁਣ ਕਿਤਾਬ ਦੀ ਸਮਾਪਤੀ ਵੀ ਅਸਲ ਵਿੱਚ ਵਿਲੱਖਣ ਹੈ। ਕਿਤਾਬ ਦੇ ਅੰਤ ਵਿੱਚ ਫਾਰਸੀਆਂ ਦੇ ਰਾਜੇ ਦਾ ਜ਼ਿਕਰ ਹੈ ਜਿਸ ਦਾ ਨਾਮ ਕੋਰਸ ਹੈ। ਉਹ ਇਸਰਾਏਲੀਆਂ ਨੂੰ ਕਹਿੰਦਾ ਹੈ ਕਿ ਉਹ ਘਰ ਵਾਪਿਸ ਜਾ ਸਕਦੇ ਹਨ, ਅਰਥਾਤ ਗੁਲਾਮੀ ਤੋਂ ਵਾਪਿਸ ਜਾ ਸਕਦੇ ਹਨ, ਸ਼ਹਿਰ ਅਤੇ ਹੈਕਲ ਦਾ ਮੁੜ ਨਿਰਮਾਣ ਕਰ ਸਕਦੇ ਹਨ। ਅਤੇ ਉਹ ਕਿਤਾਬ ਦੀ ਆਖਰੀ ਪੰਕਤੀ ਵਿੱਚ ਕਹਿੰਦਾ ਹੈ, ਹੁਣ ਉਹਦੇ ਸਾਰੇ ਲੋਕਾਂ ਵਿੱਚੋਂ ਜੋ ਤੁਹਾਡੇ ਵਿੱਚ ਹੈ ਉਹ ਤੁਰ ਪਵੇ ਅਤੇ ਯਹੋਵਾ ਉਸ ਦਾ ਪਰਮੇਸ਼ਵਰ ਉਸ ਦੇ ਅੰਗ ਸੰਗ ਹੋਵੇ। ਅਤੇ ਇਸ ਤਰ੍ਹਾਂ ਕਿਤਾਬ ਇੱਕ ਅਧੂਰੇ ਵਾਕ ਨਾਲ ਸਮਾਪਤ ਹੋ ਜਾਂਦੀ ਹੈ। ਹੁਣ ਬੇਸ਼ੱਕ ਲੇਖਕ ਗੁਲਾਮੀ ਤੋਂ ਪਹਿਲੀ ਵਾਪਸੀ ਅਜਰਾ ਅਤੇ ਨਹਮੀਆ ਦੇ ਬਾਰੇ ਜਾਣਦਾ ਹੈ, ਪਰ ਉਸ ਦੇ ਅਨੁਸਾਰ ਸਪਸ਼ਟ ਰੂਪ ਨਾਲ ਇਸਰਾਏਲ ਦੀ ਭਵਿੱਖਬਾਣੀ ਦੀ ਆਸ ਉਹਨਾਂ ਘਟਨਾਵਾਂ ਨਾਲ ਪੂਰੀ ਨਹੀਂ ਹੋਈ ਸੀ। ਅਤੇ ਇਸ ਲਈ ਇਹ ਅਧੂਰੀ ਸਮਾਪਤੀ ਦੱਸਦੀ ਹੈ ਕਿ ਲੇਖਕ ਦੀ ਆਸ ਗੁਲਾਮੀ ਤੋਂ ਇੱਕ ਹੋਰ ਵਾਪਸੀ ਉੱਤੇ ਨਿਰਭਰ ਹੈ ਜਦੋਂ ਮਸੀਹਾ ਆਖਿਰਕਾਰ ਹੈਕਲ ਦਾ ਮੁੜ ਨਿਰਮਾਣ ਕਰਨ ਅਤੇ ਪਰਮੇਸ਼ਵਰ ਦੇ ਲੋਕਾਂ ਨੂੰ ਬਹਾਲ ਕਰਨ ਲਈ ਆਵੇਗਾ। ਅਤੇ ਇਸ ਲਈ ਇਤਿਹਾਸ ਦੀ ਕਿਤਾਬ ਜੋ ਯਹੂਦੀ ਪਵਿੱਤਰ ਸ਼ਾਸਤਰ ਦੀ ਆਖਰੀ ਕਿਤਾਬ ਹੈ, ਇਹ ਅੱਗੇ ਦੀ ਵੱਲ ਇਸ਼ਾਰਾ ਕਰਦੇ ਹੋਏ ਸਮਾਪਤ ਹੋ ਜਾਂਦੀ ਹੈ। ਇਹ ਪਰਮੇਸ਼ਵਰ ਦੇ ਲੋਕਾਂ ਨੂੰ ਭਵਿੱਖ ਵਿੱਚ ਅੱਗੇ ਵਧਣ ਦੇ ਲਈ ਅਤੀਤ ਵਿੱਚ ਵੇਖਣ ਲਈ ਕਹਿੰਦੀ ਹੈ, ਕਿਉਂਕਿ ਅਤੀਤ ਭਵਿੱਖ ਦੀ ਆਸ ਦਾ ਜ਼ਰੀਆ ਬਣ ਗਿਆ ਹੈ। ਇਸ ਪ੍ਰਕਾਰ ਇਤਿਹਾਸ ਦੀ ਕਿਤਾਬ ਦਾ ਅੰਤ ਪੁਰਾਣੇ ਨੇਮ ਦੀ ਸਮਾਪਤੀ ਦੀ ਖੋਜ ਨਾਲ ਹੁੰਦਾ ਹੈ ਅਤੇ ਇਹੀ ਸਭ ਇਸ ਕਿਤਾਬ ਦੇ ਬਾਰੇ ਹੈ।